ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੁਣ ਆਪਾਂ ਕਰ ਰਹੇ ਹਾਂ ਐਨਾਲਾਈਸਿਸ ਆਫ ਵੇਰੀਐਂਸ। ਐਨਾਲਾਈਸਿਸ ਆਫ ਵੇਰੀਐਂਸ ਦੇ ਵਿੱਚ ਕੀ ਹੁੰਦਾ ਹੈ? ਐਨ ਐਨਾਲਾਈਜ਼ ਦਾ ਟੂਲ ਯੂਜ਼ਡ ਇਨ ਸਟੈਟਿਕਸ ਦੈਟ ਹੈਲਪਸ ਟੂ ਅਬਜ਼ਰਵ ਐਗਰੀਗੇਟ ਵੈਰੀਬਿਲਿਟੀ। ਇਹ ਐਨਾਲਾਈਜ਼ ਕੀ ਕੀਤਾ ਜਾਂਦਾ? ਸਟੈਟਿਕਸ ਦੇ ਵਿੱਚ ਹੈਲਪ ਕਰਦਾ ਆ, ਜਿਹੜਾ ਕਿ ਅਬਜ਼ਰਵ ਕਰਦਾ ਆ ਐਗਰੀਗੇਟ, ਮਤਲਬ ਆਪਾਂ ਕਹਿ ਸਕਦੇ ਹਾਂ ਵੀ ਟੋਟਲ ਵੈਰੀਬਿਲਿਟੀ ਕਿੰਨੀ ਹੁੰਦੀ ਹੈ ਕਿਹਦੇ ਵਿੱਚ? ਸਟੈਟਿਕਲ ਡਾਟਾ ਦੇ ਵਿੱਚ। ਮਤਲਬ ਇਹ ਵੈਰੀਐਂਸ ਦਾ ਮਤਲਬ ਤਾਂ ਤੁਹਾਨੂੰ ਪਤਾ ਵੀ ਕਿੰਨਾ ਚੇਂਜ ਹੁੰਦਾ ਆ। ਤਾਂ ਸਟੈਟਿਕਲ ਡਾਟੇ ਦੇ ਵਿੱਚ ਨੂੰ ਅਬਜ਼ਰਵ ਕਰਕੇ ਪਤਾ ਕੀਤਾ ਜਾਂਦਾ ਵੀ ਉਹਦੇ ਵਿੱਚ ਐਕਚੁਅਲ 'ਚ ਕਿੰਨਾ ਕੁ ਡਾਟਾ ਜਿਹੜਾ ਉਹ ਵੈਰੀਏਬਲ ਹੋਇਆ ਹੈ, ਮਤਲਬ ਕਿ ਬਦਲਿਆ ਜਾਂ ਚੇਂਜ ਹੋਇਆ ਆ। ਕਿਹਦੇ ਵਿੱਚ? ਫਾਊਂਡ ਇਨਸਾਈਡ ਹੋਇਆ ਹੈ ਡਾਟਾ। ਕਿਹਦੇ ਵਿੱਚ? ਕਿ ਸਟੈਟਿਕਲ ਡਾਟਾ। ਇਹ ਦੋ ਤਰ੍ਹਾਂ ਨਾਲ ਹੁੰਦੇ ਆ ਵੈਰੀਐਂਸ, ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦਾ ਹੈ ਸਿਸਟਮੈਟਿਕਲ ਫੈਕਟਰ, ਇੱਕ ਹੁੰਦਾ ਹੈ ਰੈਂਡਮ ਫੈਕਟਰ। ਸਿਸਟਮੈਟਿਕਲ ਫੈਕਟਰ ਦੇ ਵਿੱਚ ਜਿਹੜੇ ਵੈਰੀਐਂਸ ਹੁੰਦੇ ਆ ਉਹ ਸਟੈਂਡਰਡ ਤੋਂ ਬਾਅਦ ਐਕਚੁਅਲ ਹੁੰਦਾ ਆ, ਅਤੇ ਰੈਂਡਮ ਫੈਕਟਰ ਦੇ ਵਿੱਚ ਆਪਾਂ ਕਹਿ ਸਕਦੇ ਰੈਂਡਮਲੀ ਕਿਤੇ ਵੀ ਵੈਰੀਐਂਸ ਹੋ ਸਕਦਾ। ਉਹ ਵੈਰੀਐਂਸ ਦਾ ਮਤਲਬ ਕੀ ਹੁੰਦਾ? ਚੇਂਜ ਆਉਣਾ। ਤਾਂ ਰੈਂਡਮਲੀ ਕਿਸੇ ਡਾਟੇ 'ਚ ਵੀ ਥੋੜ੍ਹਾ ਮੋਟਾ ਚੇਂਜ, ਜਿਵੇਂ ਪ੍ਰੋਫਿਟ ਵੱਧ ਗਿਆ ਘਟ ਗਿਆ, ਠੀਕ ਹੈ, ਵੈਰੀਏਬਲ ਹੋ ਗਿਆ, ਲੇਬਰ ਵੱਧ ਗਈ ਘਟ ਗਈ, ਤਾਂ ਉਹ ਡਾਟੇ ਦੇ ਵਿੱਚ ਚੇਂਜ ਆਉਂਦਾ। ਐਨਾਲਾਈਸਿਸ ਆਫ ਵੈਰੀਐਂਸ ਬਹੁਤ ਇੰਪੋਰਟੈਂਟ ਕਨਸੈਪਟ ਹੈ, ਜਿਹਦੇ ਵਿੱਚ ਮੈਂ ਦੁਬਾਰਾ ਚੀਜ਼ ਸਮਝਾ ਰਹੀ ਹਾਂ। ਸਟੈਟਿਕਲ ਡਾਟਾ ਦੇ ਵਿੱਚ ਜਿਹੜਾ ਵੀ ਚੇਂਜ ਆਇਆ ਆ, ਇਨਸਾਈਡ ਚੇਂਜ ਆਇਆ ਆ, ਉਹ ਅਬਜ਼ਰਵਡ ਕੀਤਾ ਜਾਂਦਾ। ਆਫਟਰ ਦੈਟ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦਾ ਸਿਸਟਮੈਟਿਕਲੀ, ਇੱਕ ਹੁੰਦਾ ਰੈਂਡਮਲੀ। ਕਲਾਸੀਫਿਕੇਸ਼ਨ ਆਫ ਵੈਰੀਐਂਸ ਕੀ ਹੁੰਦਾ? ਦੇਖੋ, ਵੈਰੀਐਂਸ ਐਨਾਲਾਈਜ਼ ਤਾਂ ਤੁਹਾਨੂੰ ਪਤਾ ਵੀ ਪ੍ਰੋਸੈਸ ਕਾਹਦਾ ਹੈ? ਸਬ ਡਿਵਾਈਡਿੰਗ ਦਾ ਹੈ। ਜਦੋਂ ਸਬ ਡਿਵਾਈਡ ਮਤਲਬ ਕਿ ਅਲੱਗ-ਅਲੱਗ ਕੀਤੇ ਜਾਂਦੇ ਆ, ਕਿ ਇਹਨਾਂ ਨੂੰ ਟੋਟਲ ਵੈਰੀਐਂਸ ਹੁੰਦਾ ਜਿਹੜਾ ਸਾਰਾ ਇੱਕ ਟੋਟਲ ਐਗਰੀਗੇਟ ਵੈਰੀਐਂਸ ਹੁੰਦਾ, ਉਹਨੂੰ ਸਬ ਡਿਵਾਈਡ ਕੀਤਾ ਜਾਂਦਾ ਅਲੱਗ-ਅਲੱਗ ਇਨ ਸੱਚ ਅ ਵੇ ਦੈਟ ਮੈਨੇਜਮੈਂਟ ਕੈਨ ਅਸਾਈਨ ਰਿਸਪੋਂਸਿਬਿਲਿਟੀ ਫॉर ਐਨੀ ਆਫ ਸਟੈਂਡਰਡ ਪਰਫੋਰਮੈਂਸ। ਹਰੇਕ ਇਹਦੇ ਵਿੱਚ ਕੀ ਕੀਤਾ? ਮੈਨੇਜਮੈਂਟ ਜਿਹੜੀ ਹੈਗੀ ਆ ਅਸਾਈਨ ਕਰ ਦਿੰਦੀ ਆ ਰਿਸਪੋਂਸਿਬਿਲਿਟੀ ਹਰੇਕ ਡਿਪਾਰਟਮੈਂਟ ਨੂੰ, ਉਸ ਡਿਪਾਰਟਮੈਂਟ ਦੀ ਹਰੇਕ ਇੰਪਲੋਈ ਨੂੰ ਅਲੱਗ ਡਿਪਾਰਟਮੈਂਟ ਦੀ ਰਿਸਪੋਂਸਿਬਿਲਿਟੀ ਜਿਹੜੀ ਹੈਗੀ ਉਹ ਦਿੱਤੀ ਜਾਂਦੀ ਹੈ। ਇਹ ਬਹੁਤ ਹੀ ਇੰਪੋਰਟੈਂਟ ਐਸਪੈਕਟ ਹੈ ਜਿਹੜਾ ਕਿ ਸੈਪਰੇਟ ਕਰਦਾ ਹੈ ਕੰਟਰੋਲੇਬਲ ਅਤੇ ਅਨਕੰਟਰੋਲੇਬਲ ਵੈਰੀਐਂਸ ਨੂੰ, ਜਿਹਦੇ ਨਾਲ ਕੰਟਰੋਲ ਹੁੰਦਾ ਅਤੇ ਜਿਹਨਾਂ ਨਾਲ ਜਿਹੜੀਆਂ ਕੰਟਰੋਲ ਕਰਨ ਵਾਲੀਆਂ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਨਾਲ, ਅਤੇ ਜਿਹੜੀਆਂ ਅਨਕੰਟਰੋਲੇਬਲ ਹੁੰਦੀਆਂ ਨੇ। ਹੁਣ ਇਹਦੇ ਵਿੱਚ ਕੀ ਹੈ? ਡਾਇਰੈਕਟ ਮਟੀਰੀਅਲ ਵੈਰੀਐਂਸ। ਡਾਇਰੈਕਟ ਮਟੀਰੀਅਲ ਵੈਰੀਐਂਸ ਕੀ ਹੁੰਦਾ ਹੈ? ਦੇਖੋ, ਇਟ ਇਜ਼ ਸਭ ਤੋਂ ਪਹਿਲਾਂ ਕੀ ਹੈ ਡਾਇਰੈਕਟ ਮਟੀਰੀਅਲ ਵੈਰੀਐਂਸ? It is also known as of material cost variance. It is difference between the standard cost of material that have to incurred for। ਹੁਣ ਜਦੋਂ ਪ੍ਰੋਡਕਸ਼ਨ ਤੋਂ ਜਿਹੜੀ ਕਿ ਕੋਸਟ ਇਨਕਰਡ ਹੁੰਦੀ ਆ, ਆਪਾਂ ਸਟੈਂਡਰਡ ਕੋਸਟ, ਸਭ ਤੋਂ ਪਹਿਲੀ ਗੱਲ ਆ ਕਿ ਤੁਸੀਂ ਐਸਟੀਮੇਟ ਰੱਖਦੇ ਹੋ। ਸਟੈਂਡਰਡ ਕੋਸਟ ਦਾ ਮੈंने ਮੀਨਿੰਗ ਪਹਿਲਾਂ ਕਰਾਇਆ ਸੀ ਵੀ ਇੱਕ ਐਸਟੀਮੇਸ਼ਨ ਕੋਸਟ ਹੋਏਗੀ ਤੁਹਾਡੀ, ਤੁਸੀਂ ਪਹਿਲਾਂ ਸਟੈਂਡਰਡ ਸੈੱਟ ਕਰ ਰਹੇ ਹੋ ਵੀ ਇੰਨੀ ਕੋਸਟ ਜਿਹੜੀ ਹੈਗੀ ਸਾਡੀ ਪ੍ਰੋਡਕਸ਼ਨ ਵਾਸਤੇ ਲੱਗੇਗੀ। ਹੁਣ ਉਹ ਕਹਿੰਦਾ ਜਿੰਨੀ ਵੀ ਇਨਕਰਡ ਕਰੀ ਹੈ ਤੁਸੀਂ ਨੇ ਆਪਣੀ, ਮਤਲਬ ਕਿ ਸਟੈਂਡਰਡ ਕੋਸਟ ਇੱਕ ਤੁਸੀਂ ਸੈੱਟ ਕਰੀਏ, ਇੱਕ ਇਨਕਰਡ ਕਰੀਏ ਜਦੋਂ ਪ੍ਰੋਡਕਸ਼ਨ ਕਰੀਏ, ਥਰੂ ਆਊਟ ਐਕਚੁਅਲ ਕੋਸਟ ਆਈਏ, ਤਾਂ ਤੁਸੀਂ ਉਹਨਾਂ ਨੂੰ ਕੰਪੇਅਰ ਕਰੋਗੇ ਵੀ ਉਹਦੇ 'ਤੇ ਮਟੀਰੀਅਲ ਕਿੰਨਾ ਲੱਗਿਆ ਸਟੈਂਡਰਡ ਕੋਸਟ 'ਤੇ ਐਕਚੁਅਲ ਕੋਸਟ 'ਤੇ ਕਿੰਨਾ ਲੱਗਿਆ, ਤਾਂ ਤੁਹਾਨੂੰ ਥੋੜਾ ਡਾਇਰੈਕਟ ਮਟੀਰੀਅਲ ਵੇਰੀਐਂਸ ਨਿਕਲ ਜਾਏਗਾ। ਆਫਟਰ ਦੈਟ ਕੀ ਹੋਏਗਾ? ਮਟੀਰੀਅਲ ਕੋਸਟ ਵੇਰੀਐਂਸ ਹੈਗਾ ਜਿਹੜਾ ਉਹ ਅੱਗੇ ਮਟੀਰੀਅਲ ਕੋਸਟ ਪ੍ਰਾਈਸ ਵੇਰੀਐਂਸ, ਮਟੀਰੀਅਲ ਯੂਜ਼ਸ ਵੇਰੀਐਂਸ, ਅਤੇ ਇਹ ਅੱਗੇ ਡਿਵਾਈਡਡ ਇੰਟੂ ਟੂ ਡਿਫਰੈਂਟ ਪਾਰਟਸ, ਮਟੀਰੀਅਲ ਮਿਕਸ ਵੇਰੀਐਂਸ ਐਂਡ ਮਟੀਰੀਅਲ ਯੀਲਡ ਵੇਰੀਐਂਸ। ਹੁਣ ਮਟੀਰੀਅਲ ਪ੍ਰਾਈਸ ਵੇਰੀਐਂਸ ਕੀ ਹੁੰਦਾ ਆ? ਸਟੈਂਡਰਡ ਪ੍ਰਾਈਸ ਸਪੈਸੀਫਿਕ ਹੁੰਦਾ ਇਹਦੇ ਵਿੱਚ, ਕਿ ਸਟੈਂਡਰਡ ਪ੍ਰਾਈਸ ਸਪੈਸੀਫਿਕ ਇੱਕ ਸਟੈਂਡਰਡ ਸੈੱਟ ਕੀਤਾ ਜਾਂਦਾ ਅਤੇ ਉਹਨੂੰ ਐਕਚੁਅਲ ਪ੍ਰਾਈਸ ਜਿੰਨਾ ਵੀ ਪੇ ਕਰਨਾ ਉਹਦੇ ਨਾਲ ਉਹਦਾ ਵੈਰੀਐਂਸ ਤੱਕ ਬਣਾਇਆ ਜਾਂਦਾ ਹੈ। ਮਟੀਰੀਅਲ ਯੂਜ਼ਸ ਦੇ ਵਿੱਚ ਕੀ ਹੁੰਦਾ? ਇਹਦੇ ਵਿੱਚ ਸਟੈਂਡਰਡ ਕੁਆਲਿਟੀ ਜਿਹੜੀ ਹੈਗੀ, ਸਟੈਂਡਰਡ ਕੁਆਂਟਿਟੀ ਅਤੇ ਐਕਚੁਅਲ ਕੁਆਂਟਿਟੀ ਜਿਹਦੇ ਵਿੱਚ ਜਦੋਂ ਡਿਫਰੈਂਸ ਦੇਖਿਆ ਜਾਂਦਾ, ਉਹਦੇ ਵਿੱਚ ਦੇਖਿਆ ਜਾਂਦਾ ਵੀ ਕਿੰਨਾ ਯੂਜ਼ ਹੋਇਆ ਹੈ ਐਕਚੁਅਲ 'ਚ ਮਟੀਰੀਅਲ, ਠੀਕ ਹੈ। ਇਹ ਦੋ ਤਰ੍ਹਾਂ ਦੇ ਹੁੰਦੇ ਨੇ, ਮਟੀਰੀਅਲ ਮਿਕਸ ਵੇਰੀਐਂਸ ਅਤੇ ਮਟੀਰੀਅਲ ਯੀਲਡ ਵੇਰੀਐਂਸ। ਮਟੀਰੀਅਲ ਕੋਸਟ ਵੇਰੀਐਂਸ ਸਭ ਤੋਂ ਪਹਿਲਾਂ ਕਿਦੋਂ ਨਿਕਲਦਾ? ਤੁਹਾਨੂੰ ਪਤਾ ਸਟੈਂਡਰਡ ਕੋਸਟ ਜਦੋਂ ਐਕਚੁਅਲ ਕੋਸਟ ਜਿੰਨੀ ਤੁਸੀਂ ਕੋਸਟ ਸੈੱਟ ਕਰੀਏ ਵੀ ਪ੍ਰੋਡਕਸ਼ਨ ਵਾਸਤੇ ਇੰਨੀ ਲੱਗੇਗੀ, ਅਤੇ ਐਕਚੁਅਲ ਦੇ ਵਿੱਚ ਉਹ ਕਿੰਨੀ ਲੱਗੀ ਹੈ ਉਹਦਾ ਜਦੋਂ ਤੁਹਾਡਾ ਡਿਫਰੈਂਸ ਨਿਕਲਦਾ ਤਾਂ ਉਹ ਕੀ ਹੁੰਦਾ? ਮਟੀਰੀਅਲ ਕੋਸਟ ਵੇਰੀਐਂਸ ਹੁੰਦਾ। ਰੀਜ਼ਨਸ ਕੀ ਨੇ ਹੁੰਦੇ ਨੇ ਮਟੀਰੀਅਲ ਪ੍ਰਾਈਸ ਵੇਰੀਐਂਸ? ਹੁਣ ਦੇਖੋ, ਮਟੀਰੀਅਲ ਪ੍ਰਾਈਸ ਵੇਰੀਐਂਸ ਕੀ ਸੀਗਾ? ਸਟੈਂਡਰਡ ਪ੍ਰਾਈਸ ਜਿਹੜਾ ਕਿ ਸਪੈਸੀਫਿਕ ਅਤੇ ਐਕਚੁਅਲ ਪ੍ਰਾਈਸ ਜਿਹੜਾ ਹੈਗਾ ਪੇ ਹੁੰਦਾ। ਰੀਜ਼ਨ ਕੀ ਹੁੰਦੇ ਨੇ? ਦੇਖੋ, ਜਦੋਂ ਚੇਂਜ ਹੋ ਜਾਂਦੇ ਨੇ ਬੇਸਿਕ ਪ੍ਰਾਈਸ ਕਿਹਦੇ? ਮਟੀਰੀਅਲ ਦੇ, ਜਦੋਂ ਕਿ ਫੇਲੀਅਰ ਟੂ ਸਿਕਿਉਰ ਡਿਸਕਾਊਂਟ ਔਨ ਪਰਚੇਜ਼ਸ, ਜਦੋਂ ਕਿ ਜਿਹੜੇ ਹੈਗੇ ਨੇ ਫੇਲੀਅਰ ਹੋ ਜਾਂਦੇ ਨੇ ਸਿਕਿਉਰ ਕਰਨ ਦੇ ਲਈ ਡਿਸਕਾਊਂਟ, ਜਿਹੜੇ ਪਰਚੇਜ਼ਸ ਦੇ ਉੱਤੇ ਡਿਸਕਾਊਂਟ ਮਿਲਦੇ ਨੇ ਉਹ ਨਹੀਂ ਮਿਲਦੇ ਹੈਗੇ, ਤਦੋਂ ਮਟੀਰੀਅਲ ਪ੍ਰਾਈਸ 'ਚ ਵੇਰੀਐਂਸ ਆਉਂਦਾ ਹੈ। ਜਦੋਂ ਕਿ ਫੇਲੀਅਰ ਟੂ ਪਰਚੇਜ਼ ਮਟੀਰੀਅਲ ਐਟ ਦੀ ਪ੍ਰੋਪਰ ਟਾਈਮ 'ਤੇ ਮਟੀਰੀਅਲ ਜਿਹੜਾ ਹੈਗਾ ਪਰਚੇਜ਼ ਨਹੀਂ ਹੁੰਦਾ ਹੈਗਾ, ਤਦੋਂ ਉਹਦੇ 'ਤੇ ਵੇਰੀਐਂਸ ਆਉਂਦਾ ਹੈ। ਪ੍ਰੋਡਕਸ਼ਨ ਕਰਕੇ ਚੀਜ਼ ਫਾਈਨਲਾਈਜ਼ਡ ਹੋ ਕੇ ਮਾਰਕੀਟ 'ਚ ਆ ਗਈ ਬਟ ਉਹ ਨਹੀਂ ਖਰੀਦੀ ਗਈ ਕਸਟਮਰਸ ਦੁਆਰਾ, ਤਾਂ ਉਹਦੇ ਵਿੱਚ ਪ੍ਰਾਈਸ 'ਚ ਵੇਰੀਐਂਸ ਆਉਂਦਾ ਹੈ, ਮਤਲਬ ਕਿ ਪ੍ਰਾਈਸ ਉਹਦਾ ਡਾਊਨ ਹੁੰਦਾ ਹੈ।
ਉਹਦੀ ਕੋਸਟ ਦੇ ਨਾਲੋਂ। ਹੁਣ ਰੀਜ਼ਨਸ ਕੀ ਨੇ? ਯੂਜ਼ਸ ਵੇਰੀਐਂਸ। ਯੂਜ਼ਸ ਵੇਰੀਐਂਸ ਕੀ ਹੁੰਦਾ? ਜਦੋਂ ਸਟੈਂਡਰਡ ਕੁਆਂਟਿਟੀ ਦੇ ਵਿੱਚ ਤੇ ਐਕਚੁਅਲ ਕੁਆਂਟਿਟੀ ਦੇ ਵਿੱਚ ਚੇਂਜ ਹੁੰਦਾ, ਉਹਦੇ ਨਾਲ ਕੀ ਹੁੰਦਾ? ਉਹਨੂੰ ਕੀ ਕਹਿੰਦੇ? ਮਟੀਰੀਅਲ ਯੂਜ਼ਸ ਵੇਰੀਐਂਸ। ਹੁਣ ਇਹਦੇ ਕੀ ਰੀਜ਼ਨ ਹੋ ਸਕਦੇ ਆ? ਦੇਖੋ, ਇੱਕ ਹੁੰਦਾ ਮੋਰ ਵੇਸਟੇਜ ਆਫ ਮਟੀਰੀਅਲ ਬਾਈ ਅਨਸਰਟੇਨ ਵਰਕਰਸ। ਹੁਣ ਕਈ ਬਹੁਤ ਸਾਰੀ ਮਟੀਰੀਅਲ ਜਿਹੜੇ ਵੇਸਟ ਕਰਦੇ ਆ ਵਰਕਰਸ, ਤਾਂ ਉਹਦਾ ਰੀਜ਼ਨ ਇਹ ਹੈ ਵੀ ਯੂਜ਼ਸ ਵੇਰੀਐਂਸ ਨਾਲ ਕੀ ਪਤਾ ਲੱਗ ਜਾਂਦਾ ਹੈ ਵੀ ਐਕਚੁਅਲ 'ਚ ਕੁਆਂਟਿਟੀ ਅਸੀਂ ਸਟੈਂਡਰਡ ਇੰਨੀ ਸੈੱਟ ਕਰੀ ਸੀ ਤੇ ਲੋਕ ਐਕਚੁਅਲ ਕੁਆਂਟਿਟੀ ਇੰਨੀ ਯੂਜ਼ ਹੋਈ ਹੈ, ਤਾਂ ਪਤਾ ਲੱਗ ਜਾਂਦਾ ਵੀ ਕਿੰਨੇ ਮਟੀਰੀਅਲ ਜਿਹੜਾ ਹੈਗਾ ਵਰਕਰਸ ਨੇ ਵੇਸਟ ਕਰਿਆ ਹੈ ਥਰੂ ਆਊਟ ਦੀ ਪ੍ਰੋਡਕਸ਼ਨ। ਐਂਡ ਆਫਟਰ ਦੈਟ ਕੀ ਹੈ? ਲੋਸ ਦਾ ਪਤਾ ਲੱਗ ਜਾਂਦਾ ਵੀ ਕਿੰਨਾ ਲੋਸ ਸਾਨੂੰ ਹੋਇਆ ਐਕਚੁਅਲ 'ਚ। ਤੇ ਨੈਕਸਟ ਡਿਫੈਕਟਿਵ ਪ੍ਰੋਡਕਸ਼ਨ ਮੈਥਡ, ਵੀ ਕਿਹੜੇ ਮੈਥਡ ਯੂਜ਼ ਕਰੇ ਸੀ ਪ੍ਰੋਡਕਸ਼ਨ ਦੇ ਲਈ, ਕਿਹੜੇ ਡਿਫੈਕਟਿਵ ਨਿਕਲੇ। ਹੁਣ ਸਟੈਂਡਰਡ ਪ੍ਰਾਈਸ ਕੈਲਕੂਲੇਟ ਕਦੋਂ ਹੁੰਦਾ? ਸਟੈਂਡਰਡ ਪ੍ਰਾਈਸ ਮਲਟੀਪਲਾਈ ਸਟੈਂਡਰਡ ਕੁਆਂਟਿਟੀ ਮਾਈਨਸ ਐਕਚੁਅਲ ਕੁਆਂਟਿਟੀ। ਹੁਣ ਮਟੀਰੀਅਲ ਮਿਕਸ ਕੀ ਹੁੰਦਾ? ਮਟੀਰੀਅਲ ਮਿਕਸ ਹੁੰਦਾ ਜਦੋਂ ਕਿ ਵੈਨ ਅਰਾਈਜ਼ ਟੂ ਦੀ ਚੇਂਜ ਇਨ ਦੀ ਸਟੈਂਡਰਡ ਐਂਡ ਐਕਚੁਅਲ ਕੰਪੋਜੀਸ਼ਨ ਆਫ ਮਿਕਸ ਮਟੀਰੀਅਲ ਮਿਕਸ ਯੂਜ਼ ਇਨ ਜਦੋਂ ਮਟੀਰੀਅਲ, ਹੁਣ ਦੇਖੋ ਮਟੀਰੀਅਲ ਮਿਕਸ ਦਾ ਮਤਲਬ ਕੀ ਹੁੰਦਾ? ਇਹ ਕੰਪੋਜੀਸ਼ਨ ਹੁੰਦੀ ਹੈ, ਮਤਲਬ ਕਿ ਕੰਬਾਈਨਡ ਹੁੰਦੇ ਨੇ ਇਹਦੇ ਵਿੱਚ। ਇਹ ਕਹਿੰਦੇ ਜਦੋਂ ਉਹਨਾਂ 'ਚ ਚੇਂਜ ਹੁੰਦਾ ਹੈ ਮਟੀਰੀਅਲ ਮਿਕਸ ਦੇ ਵਿੱਚ ਤੇ ਐਕਚੁਅਲ ਮਟੀਰੀਅਲ ਮਿਕਸ ਦੇ ਵਿੱਚ। ਹੁਣ ਕੈਲਕੂਲੇਸ਼ਨ ਦੋ ਤਰ੍ਹਾਂ ਦੇ ਵੇ ਨਾਲ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਜਦੋਂ ਕਿ ਐਕਚੁਅਲ ਵੇਟ ਆਫ ਮਿਕਸ ਇਜ਼ ਇਕੁਅਲ ਟੂ ਸਟੈਂਡਰਡ ਮਿਕਸ। ਵੇਟ ਹੈਗਾ ਸਟੈਂਡਰਡ ਮਿਕਸ ਦੇ ਇਕੁਅਲ ਹੋਵੇ ਤਾਂ ਫਾਰਮੂਲਾ ਆ ਲੱਗਦਾ ਆ, ਸਟੈਂਡਰਡ ਕੋਸਟ ਆਫ ਦੀ ਸਟੈਂਡਰਡ ਮਿਕਸ ਮਾਈਨਸ ਸਟੈਂਡਰਡ ਕੋਸਟ ਆਫ ਐਕਚੁਅਲ। ਇਹਨੂੰ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਸਟੈਂਡਰਡ ਪ੍ਰਾਈਸ ਮਲਟੀਪਲਾਈ ਸਟੈਂਡਰਡ ਕੁਆਂਟਿਟੀ। ਇਹ ਸਟੈਂਡਰਡ ਪ੍ਰਾਈਸ ਮਲਟੀਪਲਾਈ ਐਕਚੁਅਲ ਕੁਆਂਟਿਟੀ।